ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਆਕਾਸ਼ਦੀਪ, BDS MDS ਔਰ ਸਕਿਨ ਕੋਸਮੈਟੋਲੋਜਿਸਟ। ਤੇ ਸਾਡਾ ਹਸਪੀਟਲ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਬਹੁਤ ਦੇਰ ਤੋਂ ਸੇਵਾਵਾਂ ਦੇ ਰਿਹਾ ਹੈ। 1968 ਤੋਂ ਐਜ਼ ਅ ਡੈਂਟਲ ਸਰਜਨ ਮੈਂ ਆਪਣੀਆਂ ਸਰਵਿਸਿਜ਼ ਦਿੰਦੇ ਰਹੇ ਤੇ ਹੁਣ ਅਸੀਂ ਨਵਾਂ ਸਕਿਨ ਕੋਸਮੈਟੋਲੋਜੀ ਇੰਟਰੋਡਿਊਸ ਕੀਤਾ ਆ ਹਸਪੀਟਲ 'ਚ। ਸਕਿਨ ਕੋਸਮੈਟੋਲੋਜੀ ਜਿੱਦਾਂ ਟਾਈਮ ਬਦਲ ਰਿਹਾ ਹੁਣ, ਸਾਰੇ ਬਹੁਤ ਲੁਕਸ ਲਈ ਬਹੁਤ ਕੌਨਸ਼ੀਅਸ ਹੋ ਰਹੇ ਨੇ ਸਾਰੇ ਲੋਕ। ਤੇ ਇਸ ਦੇ ਵਿੱਚ ਕੀ ਹੁੰਦਾ ਕਿ ਹਰ ਤਰ੍ਹਾਂ ਦੇ ਸਕਿਨ ਦੇ ਟ੍ਰੀਟਮੈਂਟ ਸਾਡੇ ਕੋਲ ਅਵੇਲੇਬਲ ਨੇ। ਜਿੱਦਾਂ ਕਿ ਰੰਗ ਧੱਬੇ ਪੈ ਗਏ ਹੋਣ ਫੇਸ ਤੇ ਉਹਨਾਂ ਨੂੰ ਕਲੀਅਰ ਕਰਨਾ, ਕੋਈ ਸਕਿਨ ਮੁਰਝਾ ਗਈ ਹੋਵੇ, ਝੁਰਰੀਆਂ ਬਹੁਤ ਜ਼ਿਆਦਾ ਆ ਗਈਆਂ ਹੋਣ ਵਿਦ ਏਜ, ਉਹਨੂੰ ਲਿਫਟ ਕਰਨਾ। ਬਹੁਤ ਸਾਰਿਆਂ ਨੂੰ ਲੇਜ਼ਰਸ ਦੇ ਥਰੂ ਅਣਚਾਹੇ ਵਾਲ ਆ ਜਾਂਦੇ ਨੇ ਚਿਹਰੇ ਤੇ ਬੋਡੀ ਤੇ, ਉਹਨਾਂ ਨੂੰ ਰਿਮੂਵ ਕਰਨਾ। ਫਿਰ ਉਸ ਤੋਂ ਬਾਅਦ ਹਾਈਡਰਾ ਫੇਸ਼ੀਅਲ, ਜੋ ਕਿ ਇੱਕ ਬਹੁਤ ਪਪੂਲਰ ਆਪਸ਼ਨ ਦੇ ਰੂਪ 'ਚ ਉੱਭਰਿਆ ਹੈ। ਉਹਦੇ ਨਾਲ ਅਸੀਂ ਸਕਿਨ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਸੋਲਵ ਕਰ ਸਕਦੇ ਹਾਂ। ਤੇ ਇਸ ਤਰ੍ਹਾਂ ਸਕਿਨ ਕੋਸਮੈਟੋਲੋਜੀ ਨੂੰ ਲੈ ਕੇ ਬੋਟੌਕਸ ਹੋਇਆ, ਫਿਲਰਸ ਹੋਇਆ, ਆਈ ਥਿੰਕ ਬਹੁਤ ਸਾਰਿਆਂ ਦੇ ਨਾਲ ਲੋਕੀ ਫੈਮੀਲੀਅਰ ਹੋਣਗੇ ਤੇ ਬਹੁਤ ਸਾਰਿਆਂ ਨਾਲ ਨਹੀਂ ਵੀ ਹੋਣਗੇ। ਫਿਲਰਸ ਹੁੰਦੇ ਆ ਜਿੱਦਾਂ ਫੋਲਡ ਪੈ ਜਾਂਦੇ ਆ ਫੇਸ ਤੇ, ਤਾਂ ਆਪਾਂ ਇੰਜੈਕਸ਼ਨਸ ਦੇ ਵਿੱਚ ਫਿਲਰਸ ਭਰ ਕੇ ਉਹਨੂੰ ਵੋਲੂਮਾਈਜ਼ ਕਰ ਦਿੰਦੇ ਆ, ਸਕਿਨ ਦਾ ਵੋਲਿਊਮ ਵਧਾ ਦਿੰਦੇ ਆ। ਬੋਟੌਕਸ ਆ, ਬੋਟੌਕਸ ਨਾਲ ਤੁਹਾਡੇ ਫੋਰਹੈਡ ਤੇ ਆਈਜ਼ ਤੇ ਪਈਆਂ ਹੋਈਆਂ ਛੋਟੀਆਂ ਮੋਟੀਆਂ ਲਕੀਰਾਂ, ਉਹਨਾਂ ਨੂੰ ਠੀਕ ਕੀਤਾ ਜਾਂਦਾ ਹੈ। ਬਾਕੀ ਇੱਦਾਂ ਹੈ ਕਿ ਡੈਂਟਲ ਸਰਜਰੀ ਬਾਰੇ ਤੁਸੀਂ ਕਾਫੀ ਕੁਝ ਜਾਣਦੇ ਹੋ। ਉਹਦੇ 'ਚ ਵੀ ਬਹੁਤ ਐਡਵਾਂਸਮੈਂਟਸ ਨੇ ਜਿਹੜੀਆਂ ਆਪਾਂ ਹਸਪੀਟਲ 'ਚ ਇੰਟਰੋਡਿਊਸ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਡੈਂਟਲ ਇੰਪਲਾਂਟਸ ਹੈ। ਡੈਂਟਲ ਇੰਪਲਾਂਟਸ ਇੱਕ ਰੈਵੋਲੂਸ਼ਨਰੀ ਟ੍ਰੀਟਮੈਂਟ ਆਈ ਹੈ। ਜਿਨ੍ਹਾਂ ਦੇ ਲੋਕਾਂ ਦੇ ਦੰਦ ਨਹੀਂ ਹੁੰਦੇ, ਹੱਡੀ ਦੇ ਵਿੱਚ ਪੇਚ ਪਾ ਕੇ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਬਹੁਤ ਹੀ ਸਕਸੈਸਫੁਲ ਔਰ ਵਧੀਆ ਰਿਜ਼ਲਟਸ ਆਪਾਂ ਨੂੰ ਮਿਲਦੇ ਆ। ਵਧੀਆ ਚੀਜ਼ ਆ, ਅੱਜ ਕੱਲ੍ਹ ਦੀ ਮਾਡਰਨ ਟ੍ਰੀਟਮੈਂਟ ਆ। ਤੇ ਮੇਰੇ ਖਿਆਲ 'ਚ ਅਗਰ ਕਿਸੇ ਦਾ ਮਿਸਿੰਗ ਟੁੱਥ ਹੈ ਤਾਂ ਇੰਪਲਾਂਟਸ ਨੂੰ ਜ਼ਰੂਰ ਕੰਸੀਡਰ ਕੀਤਾ ਜਾਣਾ ਚਾਹੀਦਾ। ਇਸ ਤੋਂ ਇਲਾਵਾ ਵਿਨੀਅਰਸ ਦੀ ਆਪਸ਼ਨ ਆ, ਲੈਮੀਨੇਟਸ, ਜਿਹਦੇ ਬਾਰੇ ਲੋਕਾਂ ਨੇ ਸੁਣਿਆ ਘੱਟ ਹੋਣਾ, ਪਰ ਇਹ ਅਸਥੈਟਿਕਸ ਦੇ ਵਿੱਚ ਸੋਹਣਾ ਦੇਖਣ 'ਚ, ਸਮਾਈਲ ਨੂੰ ਸੋਹਣਾ ਬਣਾਉਣ 'ਚ ਬਹੁਤ ਹੈਲਪ ਕਰਦੀ ਹੈ। ਤੇ ਵਿਨੀਅਰਸ ਹੁੰਦੇ ਆ ਜਿੱਦਾਂ ਮਤਲਬ ਆਪਾਂ ਨੇਲਸ, ਆਰਟੀਫਿਸ਼ਲ ਨੇਲਸ ਲਗਾਉਂਦੇ ਆ, ਪੱਤਾ ਜਿਹਾ ਲਗਾਉਂਦੇ ਆ, ਇਸੇ ਤਰ੍ਹਾਂ ਹੀ ਅਸੀਂ ਲੈਬ ਤੋਂ ਬਣਵਾ ਕੇ ਪੋਰਸਲੀਨ ਦੇ ਦੰਦਾਂ ਦੇ ਉੱਪਰ ਆਪਾਂ ਚਿਪਕਾ ਦਿੰਦੇ ਆ। ਤੇ ਉਹ ਤੁਹਾਡਾ ਲੌਂਗ ਟਰਮ ਚੱਲਦੇ ਆ, 15-20 ਈਅਰਸ ਤੁਹਾਡਾ ਆਰਾਮ ਨਾਲ ਕੱਟਦੇ ਆ। ਤੇ ਤੁਹਾਨੂੰ ਜਿਹੜੇ ਰੰਗਾਂ ਦਾ ਦੰਦਾਂ ਦਾ ਰੰਗ ਕੋਈ ਮਤਲਬ ਪੀਲਾ ਹੈ ਜਾਂ ਕਾਲਾ ਹੈ ਤਾਂ ਉਹ ਨਹੀਂ ਨਜ਼ਰ ਆਉਂਦਾ, ਤੇ ਇੱਕਦਮ ਵਧੀਆ ਫਿਨਿਸ਼ ਵਾਲੇ ਵਾਈਟ ਸ਼ਾਈਨੀ ਕਲਰ ਦੇ ਟੀਥ ਤੁਹਾਨੂੰ ਮਿਲ ਜਾਂਦੇ ਆ। ਤੇ ਆਈ ਥਿੰਕ ਇਹ ਕੁਝ ਆਪਸ਼ਨਸ ਨੇ ਜਿਹੜੀਆਂ ਹੁਣ ਲੋਕੀ ਬਹੁਤ ਐਕਸਪਲੋਰ ਕਰ ਰਹੇ ਨੇ, ਤੇ ਬਹੁਤ ਲੋਕ ਸਾਡੇ ਕੋਲ ਇਸ ਚੀਜ਼ ਦਾ ਟ੍ਰੀਟਮੈਂਟ ਲੈਣ ਆਉਂਦੇ ਨੇ। ਮੈਨੂੰ ਬਹੁਤ ਖੁਸ਼ੀ ਹੋਈ ਐਕਚੁਅਲੀ, ਪਹਿਲਾਂ ਮੈਨੂੰ ਜਦੋਂ ਸਕਿਨ ਕੋਸਮੈਟੋਲੋਜੀ ਜਦੋਂ ਇੰਟਰੋਡਿਊਸ ਕਰਨ ਲੱਗੇ ਸੀਗੇ, ਮੈਂ ਉਸ ਟਾਈਮ ਆਪਣੇ ਹਸਬੈਂਡ ਡਾਕਟਰ ਇਕਬਾਲ ਸਿੰਘ ਜੌੜਾ ਦੇ ਨਾਲ ਗੱਲ ਕੀਤੀ। ਮੈਂ ਉਹਨਾਂ ਨੂੰ ਕਿਹਾ ਕਿ ਪਤਾ ਨਹੀਂ ਵੀ ਏਰੀਆ ਦੇ ਵਿੱਚ ਅਵੇਅਰਨੈਸ ਹੈਗੀ ਆ ਕਿ ਨਹੀਂ ਹੈਗੀ, ਪਤਾ ਨਹੀਂ ਲੋਕ ਆਉਣਗੇ ਕਿ ਨਹੀਂ ਆਉਣਗੇ, ਪਰ ਅਸੀਂ ਫੇਰ ਵੀ ਐਜ਼ ਅ ਟ੍ਰੀਟਮੈਂਟ, ਮੇਰੇ ਹਸਬੈਂਡ ਨੇ ਮੈਨੂੰ ਇਹੀ ਜਵਾਬ ਦਿੱਤਾ ਕਿ ਆਪਾਂ ਡਾਕਟਰ ਹਾਂ, ਆਪਣਾ ਕੰਮ ਹੈ ਸੇਵਾ ਦੇਣੀ, ਠੀਕ ਹੈ। ਹੁਣ ਸੇਵਾ ਲੈਣ ਵਾਲੇ ਸਾਡੇ ਕੋਲ ਕਿੰਨੇ ਆਉਂਦੇ ਨੇ ਉਹ ਦੇਖਣਾ ਸਾਡਾ ਕੰਮ ਨਹੀਂ ਹੈ। ਤੇ ਉਹੀ ਗੱਲ ਉਹਨਾਂ ਦੀ ਸੋਚਦੇ ਹੋਏ ਅਸੀਂ ਬਸ ਇੰਟਰੋਡਿਊਸ ਕੀਤਾ, ਅਸੀਂ ਸਾਰਾ ਕੁਝ ਸਟਾਰਟ ਕਰ ਲਿਆ, ਔਰ ਦੇਖਦੇ ਦੇਖਦੇ ਬਹੁਤ ਸਾਰੇ ਕੇਸਿਸ ਸਾਡੇ ਕੋਲ ਆਏ ਨੇ। ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਲੋਕ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਲੈ ਰਹੇ ਨੇ। ਮੈਂ ਕਹੂੰਗੀ ਕਿ ਇਸ ਟ੍ਰੀਟਮੈਂਟਸ 'ਚ ਤਾਂ ਜੌੜਾ ਹਸਪੀਟਲ ਪਾਇਨੀਅਰ ਰਿਹਾ, ਕਿਉਂਕਿ ਸਾਡੇ ਫਾਦਰ ਇਨ ਲਾਅ ਡਾਕਟਰ ਰਣਜੀਤ ਸਿੰਘ ਜੌੜਾ, ਹੀ ਵਾਸ ਦ ਵਨ ਜਿਨ੍ਹਾਂ ਨੇ ਇਹ ਟ੍ਰੀਟਮੈਂਟ ਇੱਥੇ ਸਟਾਰਟ ਕੀਤੀ ਸੀ। ਉਹ ਟਾਈਮ ਹੁੰਦੇ ਸੀ 68 60 ਆਈ ਥਿੰਕ 69, ਉਹਦੇ ਵਿੱਚ ਦਵਾਈ ਸਿਰਫ ਪੀਂਦੇ ਨਹੀਂ ਸੀ, ਦਵਾਈ ਚੜ੍ਹਦੀ ਵੀ ਹੁੰਦੀ ਸੀ। ਤਾਂ ਲੋਟ ਆਫ ਪੇਸ਼ੈਂਟਸ, ਬਹੁਤ ਪੇਸ਼ੈਂਟਸ ਹੁੰਦੇ ਸੀਗੇ ਇਹਦੇ ਦਵਾਈ ਵਾਲੇ, ਤੇ ਉਹਨਾਂ ਨੇ ਇਹ ਟ੍ਰੀਟਮੈਂਟ ਸਟਾਰਟ ਕੀਤਾ। ਤੇ ਹੁਣ ਤਾਂ ਮਾਡਰਨ ਇੰਨੀ ਕੁ ਮੈਡੀਸਨਸ ਅਵੇਲੇਬਲ ਨੇ, ਇੰਨੀਆਂ ਕੁ ਮਾਡਰਨ ਇਕਵਿਪਮੈਂਟਸ ਅਵੇਲੇਬਲ ਨੇ ਕਿ ਬੰਦਾ ਕਿਸੇ ਵੀ ਸਟੇਜ ਤੇ ਆ ਜਾਵੇ, ਈਵਨ ਐਂਡ ਸਟੇਜ ਤੇ ਵੀ ਆ ਜਾਵੇ, ਤਾਂ ਵੀ ਇਹ ਨਹੀਂ ਹੈਗਾ ਕਿ ਪੇਸ਼ੈਂਟ ਬਚੂਗਾ ਨਹੀਂ। ਪਹਿਲਾਂ ਹਾਲੇ ਬਚਣ ਦਾ ਰੇਟ ਚਾਹੇ ਘੱਟ ਹੁੰਦਾ ਹੋਵੇ, ਪਰ ਅੱਜ ਕੱਲ੍ਹ ਰੇਟ ਬਹੁਤ ਹਾਈ ਹੈ। ਅਸੀਂ ਜਿਸ ਸਟੇਜ ਤੇ ਵੀ ਹੋਵੇ, ਬਹੁਤ ਕ੍ਰਿਟੀਕਲ ਸਟੇਜ ਤੇ ਵੀ ਹੋਵੇ, ਵੈਂਟੀਲੇਟਰਸ ਦੀ ਸੁਵਿਧਾ ਸਾਡੇ ਕੋਲ ਉਪਲਬਧ ਹੈ। ਸਾਡੇ ਕੋਲ ਵੀ ਹੈਵ 5 ਵੈਂਟੀਲੇਟਰਸ, 5 ਵੈਂਟੀਲੇਟਰਸ ਆ, ਕਾਰਡੀਓ ਮੋਨੀਟਰਸ, ਸਾਰੀਆਂ ਮਾਡਰਨ ਇਕਵਿਪਮੈਂਟ ਸਾਡੇ ਕੋਲ ਅਵੇਲੇਬਲ ਨੇ, ਜਿਹਦੇ ਨਾਲ ਪੇਸ਼ੈਂਟ ਕਿਸੇ ਵੀ ਸਟੇਜ ਤੇ ਆ ਜਾਵੇ ਤੇ ਉਹਦੀ ਜਾਨ ਬਚਾਈ ਜਾ ਸਕਦੀ ਹੈ। ਔਰ ਇਹ ਟ੍ਰੀਟਮੈਂਟ ਦੇ ਵਿੱਚ ਸਾਡੀ ਮਹਾਰਤ ਹੈ ਜੀ। ਅਸੀਂ ਮਤਲਬ ਇਹਨੂੰ ਪ੍ਰਾਊਡਲੀ ਕਹਿ ਸਕਦੇ ਹਾਂ ਕਿ ਸਾਡੇ ਹਸਪੀਟਲ ਦੀ ਇਹਦੇ ਵਿੱਚ ਮਹਾਰਤ ਹੈ, ਤੇ ਅਸੀਂ ਇਸ ਨੂੰ ਅੱਗੇ ਲਿਜਾ ਰਹੇ ਹਾਂ ਕਿ ਜੋ ਵੀ ਸਾਡੇ ਕੋਲ ਦਵਾਈ ਚੜੀ ਪੀਤੀ ਵਾਲਾ ਪੇਸ਼ੈਂਟ ਆਉਂਦਾ ਹੈ, ਉਹਦਾ ਕੋਈ ਆਕਸੀਜਨ ਦਾ ਖਰਚਾ ਨਹੀਂ ਲੈਣਾ, ਕੋਈ
ਐਂਬੂਲੈਂਸ ਦਾ ਖਰਚਾ ਨਹੀਂ ਲੈਣਾ, ਕੋਈ ਬੈੱਡ ਚਾਰਜ ਨਹੀਂ ਲੈਣਾ। ਤੇ ਅੱਜ ਤੱਕ ਇਹ ਇਦਾਂ ਹੀ ਚੱਲ ਰਿਹਾ। ਅਸੀਂ ਇਹ ਵਾਲੇ ਚਾਰजेस ਬਿਲਕੁਲ ਮਾਈਨਸ ਕੀਤੇ ਹੋਏ ਨੇ। ਅਸੀਂ ਸਿਰਫ ਜੋ ਮੈਡੀਸਨ ਦਾ ਜੋ ਐਕਸਪੈਂਡੀਚਰ ਲੱਗਦਾ ਸਿਰਫ ਉਹੀ ਅਸੀਂ ਅਮਾਊਂਟ ਚਾਰਜ ਕਰਦੇ ਹਾਂ, ਉਸ ਤੋਂ ਇਲਾਵਾ ਅਸੀਂ ਚਾਰਜ ਨਹੀਂ ਕਰਦੇ। ਤਾਂ ਇਸ ਲਈ ਪੇਸ਼ੈਂਟ ਨੂੰ ਇਹ ਸੋਚਣ ਦੀ, ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ, ਸਾਡੇ ਲਈ ਉਹ ਮਾਇਨੇ ਨਹੀਂ ਰੱਖਦਾ। ਅਸੀਂ ਆਪਣੇ ਵਾਅਦੇ ਤੇ ਅੱਜ ਵੀ ਪੂਰੇ ਉਤਰ ਰਹੇ ਹਾਂ ਤੇ ਅੱਗੇ ਵੀ ਉਤਰਾਂਗੇ। ਬਹੁਤ ਅਹਿਮ ਰੋਲ ਹੈ ਜੀ। ਜਨਰਲ ਮੈਡੀਸਨ ਦੀ ਸਾਡੀ ਪ੍ਰੈਕਟਿਸ ਹਮੇਸ਼ਾ ਤੋਂ ਚੱਲਦੀ ਰਹੀ ਹੈ। ਜਨਰਲ ਮੈਡੀਸਨ ਇੱਕ ਆਪਣੇ ਆਪ 'ਚ ਯੂਨੀਕ ਫੀਲਡ ਹੈ। ਇਹਦੇ ਬਾਰੇ ਮੈਂ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹੂੰਗੀ। ਯੂਨੀਕ ਫੀਲਡ ਇਸ ਤਰ੍ਹਾਂ ਹੁੰਦਾ ਹੈ ਜੀ, ਦਵਾਈ ਤਾਂ ਸਾਰੇ ਹੀ ਡਾਕਟਰ ਦਿੰਦੇ ਨੇ, ਸਾਰਿਆਂ ਦੀ ਆਪਣੀਆਂ ਆਪਣੀਆਂ ਸਪੈਸ਼ਲਾਈਜੇਸ਼ਨਸ ਹੁੰਦੀਆਂ ਨੇ। ਜਿੱਦਾਂ ਮੈਂ ਆਪ ਡੈਂਟਲ ਸਪੈਸ਼ਲਿਸਟ ਹਾਂ, ਸਕਿਨ ਕਾਸਮੈਟੋਲੋਜਿਸਟ ਹਾਂ, ਕੋਈ ਜਨਰਲ ਸਰਜਨ ਆ, ਕੋਈ ਤੁਹਾਡਾ ਗਾਇਨੋਕੋਲੋਜਿਸਟ ਆ, ਕੋਈ ਆਈ ਸਰਜਨ ਆ। ਤਾਂ ਸਾਰਿਆਂ ਦੇ ਆਪਣੇ ਆਪਣੇ ਫੀਲਡ ਹੁੰਦੇ ਨੇ। ਇੱਦਾਂ ਹੀ ਇੱਕ ਯੂਨੀਕ ਫੀਲਡ ਜਨਰਲ ਮੈਡੀਸਨ ਦਾ ਵੀ ਹੈ। ਜਨਰਲ ਮੈਡੀਸਨ ਮਤਲਬ ਉਹ ਜੋ ਮੈਡੀਸਨ ਦੀ ਮਹਾਰਤ ਰੱਖਣ ਵਾਲੇ ਡਾਕਟਰ ਹੁੰਦੇ ਨੇ। ਇਹ ਡਾਕਟਰ ਸਾਡੇ ਕੋਲ ਅਵੇਲੇਬਲ ਨੇ ਔਰ ਉਹ ਸੇਵਾਵਾਂ ਦਿੰਦੇ ਨੇ ਤੇ ਸਾਨੂੰ ਇਹਦੇ 'ਚ ਬਹੁਤ ਵਧੀਆ ਰਿਜ਼ਲਟ ਸਾਨੂੰ ਪੇਸ਼ੈਂਟ ਤੋਂ ਮਿਲਦੇ ਨੇ। ਆਈ ਥਿੰਕ ਪੇਸ਼ੈਂਟ ਨੇ ਕੁਝ ਵੀ ਕਰਾਉਣਾ ਹੋਵੇ, ਸਰਜਰੀ ਕਰਾਉਣ ਤੋਂ ਪਹਿਲਾਂ ਜਾਂ ਕੁਝ ਵੀ ਕਰਾਉਣ ਤੋਂ ਪਹਿਲਾਂ ਪੇਸ਼ੈਂਟ ਇੱਕ ਵਾਰ ਸੋਚਦਾ ਦਵਾਈ ਲੈ ਕੇ ਦੇਖ ਲਈਏ। ਤੇ ਉਹਦੇ ਲਈ ਤੁਹਾਨੂੰ ਦਵਾਈ ਦੇ ਐਕਸਪਰਟ ਡਾਕਟਰ ਕੋਲ ਜਾਣਾ ਚਾਹੀਦਾ, ਜਿਹੜੇ ਕਿ ਜਨਰਲ ਮੈਡੀਸਨ ਦੇ ਡਾਕਟਰ ਹੁੰਦੇ ਨੇ। ਤੇ ਸਾਡੇ ਕੋਲ ਉਹ ਡਾਕਟਰ ਸਾਹਿਬ ਅਵੇਲੇਬਲ ਨੇ ਤੇ ਅਸੀਂ ਬਹੁਤ ਵਧੀਆ ਸਾਡੇ ਡਾਕਟਰ ਸਾਹਿਬ ਇਹਦੇ 'ਚ ਕੰਮ ਕਰ ਰਹੇ ਨੇ। ਐਕਚੁਅਲੀ ਲੇਡੀਜ਼ ਦੇ ਕੋਈ ਅਣਚਾਹੇ ਵਾਲ ਫੇਸ ਤੇ ਅੱਜ ਕੱਲ੍ਹ ਬਹੁਤ ਮੇਜਰ ਸਮੱਸਿਆ ਦੇ ਰੂਪ 'ਚ ਉੱਭਰ ਰਿਹਾ। ਉਹਦਾ ਕਾਰਨ ਬੇਸਿਕਲੀ ਪੈਸਟੀਸਾਈਡਸ ਦਾ ਜ਼ਿਆਦਾ ਯੂਜ਼ ਆ। ਸਬਜ਼ੀਆਂ ਜਾਂ ਜੋ ਵੀ ਮਿਲਕ ਸਾਡੇ ਕੋਲ ਆਉਂਦਾ ਉਹ ਪਿਓਰ ਨਹੀਂ ਹੁੰਦੇ ਹੈਗੇ, ਜਾਂ ਤਾਂ ਟੀਕੇ ਲੱਗਿਆ ਹੋਇਆ ਦੁੱਧ ਆਉਂਦਾ, ਜਾਂ ਫਿਰ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਦੇ ਸਪਰੇਅ ਇੰਨੀ ਹੁੰਦੀ ਹੈ ਕਿ ਲੇਡੀਜ਼ ਦੇ ਹਾਰਮੋਨਸ ਗੜਬੜਾ ਜਾਂਦੇ ਨੇ। ਜਦੋਂ ਹਾਰਮੋਨਸ ਗੜਬੜਾ ਜਾਂਦੇ ਨੇ ਤਾਂ ਫੇਸ਼ੀਅਲ ਹੇਅਰ, ਫੇਸ ਤੇ ਹੇਅਰ ਆਉਣੇ ਸ਼ੁਰੂ ਹੋ ਜਾਂਦੇ ਨੇ, ਦਾੜੀ ਵਾਲੇ ਏਰੀਆ 'ਚ, ਮੁੱਛਾਂ ਤੇ ਜਾਂ ਹੋਰ ਬੋਡੀ ਪਾਰਟਸ ਤੇ ਜ਼ਿਆਦਾ ਹੇਅਰ ਗਰੋਥ ਹੋ ਜਾਂਦੀ ਹੈ ਤੇ ਉਹ ਵਧੀਆ ਨਹੀਂ ਲੱਗਦਾ ਹੈਗਾ। ਉਹਦੇ ਲਈ ਲੇਡੀਜ਼ ਯੂਜਲੀ ਥ੍ਰੈਡਿੰਗ ਦਾ ਸਹਾਰਾ ਲੈਂਦੀਆਂ ਨੇ ਜਾਂ ਫਿਰ ਵੈਕਸਿੰਗ ਦਾ ਸਹਾਰਾ ਲੈਂਦੀਆਂ ਨੇ। ਉਹ ਇੱਦਾਂ ਦੇ ਕੁਝ ਉਪਾਅ ਨੇ ਜਿਨ੍ਹਾਂ 'ਚ ਸੋਲਿਊਸ਼ਨ ਬਹੁਤ ਘੱਟ ਹੈ, ਮਤਲਬ ਸ਼ਾਰਟ ਟਰਮ ਸੋਲਿਊਸ਼ਨ ਆ। ਤਾਂ ਜਿਹੜਾ ਇੱਕ ਲੇਜ਼ਰ ਹੇਅਰ ਰਿਮੂਵਲ ਥੈਰੇਪੀ ਆ, ਉਹਦੇ ਵਿੱਚ ਸਾਡੇ ਕੋਲ ਲੇਜ਼ਰ ਦੀ ਮਸ਼ੀਨ ਅਵੇਲੇਬਲ ਹੈ, ਜਿਹਦੇ ਰਾਹੀਂ ਅਸੀਂ ਜਿਹੜੇ ਵਾਲਾਂ ਦੀਆਂ ਜੜ੍ਹਾਂ ਨੇ ਅਸੀਂ ਉਹਨਾਂ ਨੂੰ ਟਾਰਗੇਟ ਕਰਦੇ ਹਾਂ ਤੇ ਉਹਨਾਂ ਨੂੰ ਬਰਨ ਕਰ ਦਿੱਤਾ ਜਾਂਦਾ। ਜਦੋਂ ਸਾੜ ਦਿੰਦੇ ਹਾਂ ਆਪਾਂ ਵਾਲਾਂ ਦੀਆਂ ਜੜ੍ਹਾਂ ਤਾਂ ਉਹਦੇ ਵਿੱਚ ਫਿਰ ਦੁਬਾਰਾ ਵਾਲ ਪ੍ਰੋਡਿਊਸ ਕਰਨ ਦੀ ਤਾਕਤ ਨਹੀਂ ਰਹਿੰਦੀ, ਜਿਹਦੇ ਨਾਲ ਹੌਲੀ ਹੌਲੀ ਜਿਹੜੇ ਤੁਹਾਡੇ ਨੇ ਵਾਲ ਨੇ ਉਹ ਆਉਣੇ ਬੰਦ ਹੋ ਜਾਂਦੇ ਨੇ। ਇਹਦੇ ਲਈ ਸਿਟਿੰਗਸ ਲੈਣੀਆਂ ਪੈਂਦੀਆਂ ਨੇ, ਡੈਫੀਨੇਟਲੀ 6 ਤੋਂ 8 ਸਿਟਿੰਗਸ ਹੁੰਦੀਆਂ ਨੇ ਜਿਹੜੀਆਂ ਪੇਸ਼ੈਂਟ ਇਹਦੇ 'ਚ ਲੈਂਦਾ ਤੇ 15-15 ਦਿਨਾਂ ਦੇ ਗੈਪ ਤੇ ਸਿਟਿੰਗਸ ਹੁੰਦੀਆਂ ਨੇ। ਸਭ ਤੋਂ ਚੰਗੀ ਗੱਲ ਇਹ ਹੈ ਕਿ ਅਸੀਂ ਇਹ ਥੈਰੇਪੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਸ ਏਰੀਆ ਦੇ ਵਿੱਚ ਉਪਲਬਧ ਕਰਾਈ ਹੈ ਤੇ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਆ ਕੇ ਇਹਦਾ ਲਾਭ ਉਠਾ ਚੁੱਕੇ ਨੇ। ਤੇ ਮੈਂ ਕਹੂੰਗੀ ਕਿ ਹੋਰ ਪੇਸ਼ੈਂਟਸ ਨੂੰ ਵੀ ਇਹਦੇ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਉਹ ਆਉਣ, ਬਲਕਿ ਤੁਹਾਡੇ ਮਾਧਿਅਮ ਤੋਂ, ਚੈਨਲ ਦੇ ਮਾਧਿਅਮ ਤੋਂ ਇਹ ਚੀਜ਼ ਦੀ ਸਾਨੂੰ ਫੈਸਿਲਿਟੀ ਮਿਲੂਗੀ ਕਿ ਬਹੁਤ ਸਾਰੇ ਲੋਕ ਇਹ ਸੁਣਨਗੇ ਇੰਟਰਵਿਊ ਤੇ ਜ਼ਰੂਰ ਇਸ ਸੇਵਾ ਦਾ ਲਾਭ ਉਠਾਉਣਗੇ। ਹਾਂਜੀ, ਅਗਰ ਤੁਸੀਂ ਕੋਈ ਟ੍ਰੀਟਮੈਂਟਸ ਨਹੀਂ ਲੈਣਾ ਚਾਹੁੰਦੇ ਤਾਂ ਉਹਦੇ ਤੋਂ ਇਲਾਵਾ ਇੱਕ ਮੇਰੇ ਖਿਆਲ 'ਚ ਮੈਂ ਸਲਾਹ ਦੇਣਾ ਚਾਹੂੰਗੀ ਸਾਡੇ ਦਰਸ਼ਕਾਂ ਨੂੰ ਕਿ ਜੋ ਸਨਲਾਈਟ ਹੈ ਮੇਨਲੀ ਉਹ ਡੈਮੇਜ ਕਰਦੀ ਹੈ ਤੁਹਾਡੀ ਸਕਿਨ ਨੂੰ। ਤਾਂ ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਡੈਫੀਨੇਟਲੀ ਤੁਸੀਂ ਕੋਈ ਅੱਛਾ ਸਨਸਕ੍ਰੀਨ 50 SPF ਦਾ ਵਧੀਆ ਸਨਸਕ੍ਰੀਨ ਤੁਸੀਂ ਅਪਲਾਈ ਕਰਕੇ ਬਾਹਰ ਨਿਕਲੋ। ਉਹਦੇ ਤੋਂ ਬਿਨਾਂ ਤੁਸੀਂ ਬਾਹਰ ਨਾ ਜਾਓ। ਇਹਦੇ ਨਾਲ ਤੁਹਾਡੀ ਸਕਿਨ ਲੰਬੇ ਸਮੇਂ ਤੱਕ ਜਵਾਨ ਵੀ ਰਹਿ ਸਕਦੀ ਹੈ ਤੇ ਤੁਹਾਡਾ ਰੰਗਤ ਵੀ ਬਚੀ ਰਹਿ ਸਕਦੀ ਹੈ। ਇਹ ਜ਼ਰੂਰੀ ਹੈ। ਇਸ ਤੋਂ ਇਲਾਵਾ ਜੇ ਟ੍ਰੀਟਮੈਂਟ ਨਹੀਂ ਵੀ ਕਰਾਉਣੇ ਤਾਂ ਕੁਝ ਆਪਾਂ ਮੈਡੀਸਿਨਸ ਨਾਲ, ਖਾਸ ਕੇਸਿਸ ਹੁੰਦੇ ਆ ਜਿਨ੍ਹਾਂ ਨੂੰ ਸਿਰਫ ਮੈਡੀਸਿਨਸ ਨਾਲ ਡੀਲ ਕਰ ਸਕਦੇ ਹਾਂ। ਮੈਡੀਸਿਨਸ ਨਾਟ ਦ ਫਾਰਮਾਸਿਊਟੀਕਲ ਵਨਸ, ਦੂਸਰੀਆਂ ਮੈਡੀਸਿਨਸ ਜਿਹੜੀਆਂ ਸਕਿਨ ਕਾਸਮੈਟੋਲੋਜੀ ਲਈ ਅਵੇਲੇਬਲ ਨੇ, ਮੈਡੀਸਨ, ਸੀਰਮਸ ਬਹੁਤ ਅਵੇਲੇਬਲ ਆ ਰੇਂਜ ਆਪਣੇ ਕੋਲ, ਤਾਂ ਉਹਦੇ ਨਾਲ ਆਪਾਂ ਸਕਿਨ ਨੂੰ ਚੰਗਾ ਬਣਾ ਸਕਦੇ ਹਾਂ। ਹਾਂਜੀ ਬਿਲਕੁਲ, ਹੁਣ ਤਾਂ ਸਾਨੂੰ ਕਾਫੀ ਦੇਰ ਹੋ ਗਈ ਹੈ ਹੇਅਰ ਟ੍ਰਾਂਸਪਲਾਂਟ ਦੀ ਸੁਵਿਧਾ ਦਿੰਦੇ ਹੋਏ ਇਸ ਏਰੀਆ ਦੇ ਵਿੱਚ। ਹੇਅਰ ਟ੍ਰਾਂਸਪਲਾਂਟ ਐਕਚੁਅਲੀ ਇੱਕ ਗਰੋਇੰਗ ਪ੍ਰੋਬਲਮ ਨੂੰ ਐਡਰੈਸ ਕਰ ਰਿਹਾ ਹੈ। ਜਦੋਂ ਵੀ ਮੇਲਸ ਦਾ ਟੈਸਟੋਸਟੀਰਨ ਹਾਰਮੋਨ ਇੱਕ ਲੈਵਲ ਤੋਂ ਉੱਪਰ ਜਾਂਦਾ ਤਾਂ ਉਹਦੇ ਨਾਲ ਥਿਨਿੰਗ ਆਫ ਹੇਅਰ ਪਤਲੇ ਹੋ ਜਾਂਦੇ ਆ, ਗੰਜਾਪਨ ਆ ਜਾਂਦਾ, ਇੱਦਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ। ਪਰ ਇਹ ਇਕੱਲੀ ਮੇਲਸ 'ਚ ਨਹੀਂ ਹੈ, ਫੀਮੇਲਸ 'ਚ ਵੀ ਪ੍ਰੋਬਲਮ ਆ ਜਾਂਦੀ ਹੈ ਕਈਆਂ 'ਚ। ਤੇ ਉਹਦੇ ਲਈ ਕੀ ਹੁੰਦਾ, ਹੇਅਰ ਟ੍ਰਾਂਸਪਲਾਂਟ ਦੀ ਜਿਹੜੀ ਵਿਧੀ ਹੈ ਇਹ ਇੱਕ ਬਹੁਤ ਮਾਡਰਨ ਟੈਕਨੋਲੋਜੀ ਦੇ ਰੂਪ 'ਚ ਉੱਭਰੀ ਹੈ ਤੇ ਬਹੁਤ ਸਾਰੇ ਲੋਕ ਇਹਦਾ ਸੇਵਾ ਦਾ ਫਾਇਦਾ ਉਠਾ ਰਹੇ ਨੇ। ਤੁਹਾਡੇ ਹੇਅਰ ਬਿਲਕੁਲ ਉਵੇਂ ਹੀ ਗਰੋ ਕਰਨਗੇ ਜਿਵੇਂ ਤੁਹਾਡੇ ਨੈਚੁਰਲ ਹੇਅਰ ਗਰੋ ਕਰਦੇ ਆ। ਕੁਝ ਡਾਊਨ ਟਾਈਮ ਹੈ, ਡਾਊਨ ਟਾਈਮ ਤੋਂ ਮੇਰਾ ਮਤਲਬ ਹੈ ਕਿ ਕੁਝ ਇੱਕ ਦੇਰ ਬਾਅਦ ਹੇਅਰ ਆਪਣੀ ਗਰੋਥ ਫੜ ਲੈਂਦੇ ਆ ਜਦੋਂ ਆਪਾਂ ਹੇਅਰ ਟ੍ਰਾਂਸਪਲਾਂਟ ਦਾ ਟ੍ਰੀਟਮੈਂਟ ਪੂਰਾ ਕਰ ਲੈਂਦੇ ਆ। ਤਾਂ ਇਹ ਬਹੁਤ ਸਕਸੈਸਫੁਲ ਤੇ ਬਹੁਤ ਵਧੀਆ ਪੱਧਤੀ ਹੈ ਜਿਹਦੇ ਨਾਲ ਆਪਾਂ ਆਪਣੇ ਬਾਲਾਂ ਨੂੰ ਵਧੀਆ ਬਣਾ ਸਕਦੇ ਹਾਂ। ਅਸੀਂ ਤਾਂ ਬਹੁਤ ਰੀਜ਼ਨੇਬਲ ਕਰਦੇ ਹਾਂ ਜੀ। ਉਹਨੂੰ ਰੀਜ਼ਨੇਬਲ ਕਰਨ ਦਾ ਇੱਕ ਕਾਰਨ ਹੈ, ਇੱਕ ਤਾਂ ਦੇਖੋ ਸਾਨੂੰ ਇਸ ਏਰੀਆ ਨਾਲ ਬਹੁਤ ਪਿਆਰ ਹੈ ਜਿੱਥੇ ਅਸੀਂ ਸੇਵਾਵਾਂ ਦੇ ਰਹੇ ਹਾਂ। ਜਦੋਂ ਬਹੁਤ ਪਹਿਲਾਂ ਤੋਂ ਹੀ ਅਸੀਂ ਕਾਫੀ ਸਸਤਾ ਇਲਾਜ ਉਪਲਬਧ ਕਰਾਉਂਦੇ ਹਾਂ ਤਾਂ ਜਿੱਥੇ ਤੱਕ ਹੋ ਸਕਦਾ ਅਸੀਂ ਘੱਟੋ ਘੱਟ ਪ੍ਰੋਫਿਟ 'ਤੇ ਇਹ ਕੰਮ ਕਰਦੇ ਹਾਂ। ਤੇ ਅਸੀਂ ਬਹੁਤ ਸਾਰੇ ਪੇਸ਼ੈਂਟ ਕੀਤੇ ਨੇ ਤੇ ਹੁਣ ਵੀ ਸਾਡੇ ਕੋਲ ਪੇਸ਼ੈਂਟਸ ਆਉਂਦੇ ਰਹਿੰਦੇ ਆ ਜੀ ਹੇਅਰ ਟ੍ਰਾਂਸਪਲਾਂਟ ਦੇ।
ਦੇਖੋ ਡਾਕਟਰੀ ਲਾਈਨ 'ਚ ਆਉਣ 'ਚ ਸਾਡੇ ਕੋਲ ਬਹੁਤ ਸਾਰੀ ਇੰਪਲੋਇਮੈਂਟ ਇੱਥੇ ਅਵੇਲੇਬਲ ਰਹਿੰਦੀ ਹੈ। ਜੋ ਬੱਚੇ ਨਰਸਿੰਗ ਕਰ ਲੈਂਦੇ ਆ ਤਾਂ ਨਰਸਿੰਗ ਤੋਂ ਬਾਅਦ ਦੇ ਵਿੱਚ ਉਹ ਇੱਥੇ ਐਨਰੋਲ ਕਰ ਸਕਦੇ ਆ। ਸਾਡੇ ਕੋਲ ਬਹੁਤ ਰਿਜ਼ਿਊਮ ਆਉਂਦੇ ਆ ਬੱਚਿਆਂ ਦੇ, ਕੁੜੀਆਂ ਦੇ, ਮੁੰਡਿਆਂ ਦੇ। ਸਾਡੇ ਕੋਲ ਬਹੁਤ ਸਟਾਫ ਆ, ਨੀਅਰਲੀ 22 ਨਰਸਿੰਗ ਸਟਾਫ ਦਾ ਮੇਰੇ ਕੋਲ ਹਲੇ ਵੀ ਅਵੇਲੇਬਲ ਆ। ਤੇ ਉਹਨਾਂ ਦਾ ਇਹ ਹੁੰਦਾ ਕਿ ਉਹਨਾਂ ਦੀ ਡਿਊਟੀਜ਼ ਡਿਵਾਈਡਡ ਨੇ, ਮੁੰਡਿਆਂ ਦੀਆਂ, ਕੁੜੀਆਂ ਦੀਆਂ। ਮਾਰਨਿੰਗ ਸਟਾਫ, ਈਵਨਿੰਗ ਸਟਾਫ। ਆਪਣੇ ਕੋਲ ਲਗਾਤਾਰ ਇੱਥੇ ਵਾਰਡ ਦੇ ਵਿੱਚ ਐਡਮਿਸ਼ਨ ਰਹਿੰਦੀ ਹੈ ਪੇਸ਼ੈਂਟਸ ਦੀ। ਤੇ ਉਸ ਟਾਈਮ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ 24 ਘੰਟੇ ਸਾਡਾ ਸਟਾਫ ਉੱਥੇ ਉੱਪਰ ਅਵੇਲੇਬਲ ਹੋਣਾ ਚਾਹੀਦਾ। ਮਾਰਨਿੰਗ ਦੇ ਵਿੱਚ, ਨਾਈਟ ਦੇ ਵਿੱਚ ਕੁੜੀਆਂ ਵੀ ਅਵੇਲੇਬਲ ਨੇ, ਮੁੰਡੇ ਵੀ ਅਵੇਲੇਬਲ ਨੇ। ਦੋਨਾਂ ਤਰ੍ਹਾਂ ਦਾ ਸਟਾਫ ਸਾਡੇ ਕੋਲ ਹਮੇਸ਼ਾ ਹੀ ਉਪਲਬਧ ਰਹਿੰਦਾ, ਤਾਂ ਕਿ ਸਾਡੇ ਐਡਮਿਟ ਹੋਏ ਪੇਸ਼ੈਂਟਸ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਇੱਕ ਹੋਰ ਬਹੁਤ ਜ਼ਰੂਰੀ ਗੱਲ ਕਿ ਸਾਡੇ ਹਸਪੀਟਲ 'ਚ ਐਮਰਜੈਂਸੀ ਸਰਵਿਸਿਜ਼ 24 ਆਵਰਸ ਅਵੇਲੇਬਲ ਨੇ। ਤੇ ਹਸਪੀਟਲ ਕਦੇ ਵੀ ਨਹੀਂ ਬੰਦ ਹੁੰਦਾ, ਨਾ ਕਿਸੇ ਦਿਨ ਬੰਦ ਹੁੰਦਾ ਤੇ ਨਾ ਕਿਸੇ ਘੰਟੇ ਬੰਦ ਹੁੰਦਾ। ਹਮੇਸ਼ਾ ਹੀ ਅਵੇਲੇਬਲ ਆ ਅਸੀਂ 24/7। ਔਰ ਇਸ ਤੋਂ ਇਲਾਵਾ ਸਾਡੇ ਕੋਲ ਐਮਰਜੈਂਸੀ ਨੂੰ ਹੈਂਡਲ ਕਰਨ ਲਈ ICU ਦੀ ਸੁਵਿਧਾ ਅਲੱਗ ਤੋਂ ਉਪਲਬਧ ਹੈ, ਜਿਹਦੇ ਵਿੱਚ ਸਾਡੇ ਕੋਲ ਕਾਰਡੀਓ ਮੋਨੀਟਰਸ, ਵੈਂਟੀਲੇਟਰਸ ਤੇ ਸਾਰੀਆਂ ਮਾਡਰਨ ਐਮਿਨਿਟੀਜ਼ ਅਵੇਲੇਬਲ ਨੇ, ਜਿਹਦੇ ਨਾਲ ਅਸੀਂ ਬਹੁਤ ਐਫੀਸ਼ੀਐਂਟਲੀ ਐਮਰਜੈਂਸੀ ਨੂੰ ਹੈਂਡਲ ਕਰਦੇ ਹਾਂ। ਹਾਂਜੀ, ਬਾਕੀ ਆਖਿਰ ਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਜੌੜਾ ਹਸਪੀਟਲ ਨਿਹਾਲ ਸਿੰਘ ਵਾਲਾ 'ਚ ਆਪਣੀ ਸੇਵਾਵਾਂ ਦੇ ਰਿਹਾ ਜੀ। ਇਹ ਸਾਰੀਆਂ ਫੈਸਿਲਿਟੀਜ਼ ਉੱਥੇ ਇੱਕ ਛੱਤ ਦੇ ਅੰਡਰ ਅਵੇਲੇਬਲ ਨੇ। ਤੁਸੀਂ ਆਓ ਤੇ ਪਲੀਜ਼ ਲਾਭ ਉਠਾਓ। ਦੁਨੀਆ ਹੁਣ ਸ਼ਰਿੰਕ ਕਰ ਰਹੀ ਹੈ। ਹੁਣ ਉਹ ਗੱਲ ਨਹੀਂ ਰਹੀ ਹੈਗੀ ਕਿ ਤੁਹਾਨੂੰ ਚੰਗੀਆਂ ਫੈਸਿਲਿਟੀਜ਼ ਲਈ ਸਿਰਫ ਕੋਈ ਵੱਡੇ ਸਿਟੀ ਦਾ ਹੀ ਰੁੱਖ ਕਰਨਾ ਪਊਗਾ। ਬਿਲਕੁਲ ਨਹੀਂ, ਤੁਹਾਨੂੰ ਸਾਰੀਆਂ ਸੁਵਿਧਾਵਾਂ ਜੋ ਚੰਗੇ ਹਸਪੀਟਲਸ 'ਚ ਅਵੇਲੇਬਲ ਨੇ, ਵੱਡੇ ਹਸਪੀਟਲਸ, ਰਾਦਰ ਮੈਂ ਵੱਡੇ ਸਿਟੀਜ਼ ਦੇ ਹਸਪੀਟਲਸ ਦੀ ਗੱਲ ਕਰ ਰਹੀ ਹਾਂ, ਜੋ ਉੱਥੇ ਅਵੇਲੇਬਲ ਨੇ ਉਹ ਸਾਰੀਆਂ ਇੱਥੇ ਅਵੇਲੇਬਲ ਨੇ। ਕੁਆਲੀਫਾਈਡ ਡਾਕਟਰਸ ਦੀ ਟੀਮ ਤੁਹਾਨੂੰ ਮਿਲਦੀ ਹੈ, ਹੈਂਡਲ ਕਰਨ ਲਈ ਕੁਆਲੀਫਾਈਡ ਸਟਾਫ ਤੁਹਾਨੂੰ ਮਿਲਦਾ ਆ, ਤੇ ਮਾਡਰਨ ਐਮਿਨਿਟੀਜ਼ ਤੁਹਾਨੂੰ ਮਿਲਦੀਆਂ, ਚੰਗੇ ਟ੍ਰੀਟਮੈਂਟ ਆਪਸ਼ਨਸ ਤੁਹਾਡੇ ਲਈ ਅਵੇਲੇਬਲ ਹੋਣਗੇ। ਤੇ ਜ਼ਰੂਰ ਤੁਸੀਂ ਵਿਜ਼ਿਟ ਕਰੋ ਜੀ ਹਸਪੀਟਲ ਤੇ ਲਾਭ ਉਠਾਓ।